ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਆਉਣਗੇ ਪੰਜਾਬ। ਚੰਡੀਗੜ੍ਹ ਦੇ ਮੁੱਲਾਪੁਰ ਭਾਪਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਕਰਨਗੇ ਉਦਘਾਟਨ। ਕੈਂਸਰ ਦੇ ਸਸਤੇ ਇਲਾਜ ਲਈ ਵਰਦਾਨ ਸਾਬਿਤ ਹੋਵੇਗਾ ਇਹ ਹਸਪਤਾਲ। ਮੁਹੱਲਾ ਕਲੀਨਿਕ ਦੇ ਲਈ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਕਨਸੈਪਟ। ਹੁਣ MBBS ਦੀ ਡਿਗਰੀ ਹਾਸਲ ਕਰਨ ਵਾਲੇ ਡਾਕਟਰ ਸਿੱਧਾ ਹਸਪਤਾਲ ਨਹੀਂ ਜਾਣਗੇ, ਉਹਨਾਂ ਨੂੰ 2 ਤੋਂ 3 ਸਾਲ ਮੁਹੱਲਾ ਕਲੀਨਿਕ ਵਿੱਚ ਕਰਨੀ ਪਵੇਗੀ ਪ੍ਰੈਕਟਿਸ। ਰੋਡਰੇਜ ਮਾਮਲੇ 'ਚ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਪੁਲਿਸ ਫੋਰਸ ਖਿਲਾਫ ਕੀਤੀ ਅਪਮਾਨਜਨਕ ਟਿੱਪਣੀ ਮਾਮਲੇ ਨੂੰ ਚੰਡੀਗੜ੍ਹ ਕੋਰਟ ਨੇ ਕੀਤਾ ਖਾਰਜ। ਚੋਣ ਪ੍ਰਚਾਰ ਦੌਰਾਨ ਥਾਣੇਦਾਰ ਦੀ ਪੈਂਟ ਗਿੱਲੀ ਕਰਨ ਵਾਲਾ ਦਿੱਤਾ ਸੀ ਬਿਆਨ। ਮਾਨਹਾਨੀ ਦਾ ਹੋਇਆ ਸੀ ਕੇਸ ਦਰਜ। ਆਮ ਆਦਮੀ ਕਲੀਨਿਕ ਦਾ ਦੌਰਾ ਕਰਨ ਪਹੁੰਚੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ। ਪੰਜਾਬ ਦੇ ਸਿਹਤ ਮੰਤਰੀ ਚੇਤਨ ਜੋੜਾ ਮਾਜਰਾ ਵੀ ਰਹੇ ਮੌਜੂਦ। ਸੰਸਦ ਮੈਂਬਰ ਰਵਨੀਤ ਬਿੱਟੂ ਦੇ PA ਹਰਜਿੰਦਰ ਸਿੰਘ ਤੇ ਹਮਲਾ ਕਰਨ ਵਾਲੇ 6 ਆਰੋਪੀਆਂ ਨੂੰ ਲੁਧਿਆਣਾ CIA ਸਟਾਫ ਨੇ ਕੀਤਾ ਗ੍ਰਿਫਤਾਰ। ਬਾਕੀਆਂ ਦੀ ਤਲਾਸ਼ ਜਾਰੀ। ਦੱਸਦੀ ਕਿ ਪਿਛਲੇ ਦਿਨੀ ਕੁਝ ਅਣਪਛਾਤੇ ਲੋਕਾਂ ਨੇ PA ਉੱਪਰ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ। ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗਰਾਲ ਨੂੰ ਲਾਰੈਂਸ ਬਿਸ਼ਨੋਈ ਦੇ ਗੁਰਗੇ ਵੱਲੋਂ ਮਿਲੀ ਧਮਕੀ। ਵਿਧਾਇਕ ਦੇ ਉਸਦੇ ਪਰਿਵਾਰ ਨੂੰ ਫੋਨ ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ। ਪ੍ਰਸ਼ਾਸਨ ਵਿੱਚ ਮਚਿਆ ਹੜਕੰਪ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ। ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ਪੰਜਾਬ ਐਵੀਏਸ਼ਨ ਮਿਊਜ਼ੀਅਮ ਬਣਾਉਣ ਦੀ ਦਿੱਤੀ ਮਨਜ਼ੂਰੀ। ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਨੂੰ ਸੌਂਪੀ। ਲੁਧਿਆਣਾ ਵਿੱਚ ਚਾਈਨਾ ਡੋਰ ਨਾਲ 6 ਸਾਲਾ ਬੱਚੇ ਦੀ ਹੋਈ ਮੌਤ। ਆਪਣੇ ਪਿਤਾ ਨਾਲ ਐਕਟਿਵਾ ਤੇ ਜਾ ਰਿਹਾ ਸੀ ਬੱਚਾ, ਅਚਾਨਕ ਚਾਈਨਾ ਡੋਰ ਵਿੱਚ ਫਸ ਗਿਆ। ਹਸਪਤਾਲ ਲੈ ਕੇ ਜਾਣ ਤੇ ਡਾਕਟਰਾਂ ਨੇ ਮ੍ਰਿਤਕ ਕੀਤਾ ਐਲਾਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਟਵਿੱਟਰ ਅਕਾਊਂਟ ਹੋਇਆ ਹੈਕ। ਟਵਿੱਟਰ ਅਕਾਊਂਟ ਤੋਂ ਇੱਕ ਨਿਊਜ਼ ਚੈਨਲ ਵੱਲੋਂ ਕੀਤੇ ਗਏ ਕਈ ਟਵੀਟਸ ਨੂੰ ਰੀਟਵੀਟ ਕੀਤਾ ਗਿਆ। ਗੁਰਜੀਤ ਔਜਲਾ ਨੇ ਖੁਦ ਟਵੀਟ ਕਰਕੇ ਜਾਣਕਾਰੀ ਕੀਤੀ ਸਾਂਝੀ। ਉਹਨਾਂ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣਾ ਵਿੱਚ ਇੱਕ ਕਲਯੁਗੀ ਪਿਤਾ ਨੇ ਆਪਣੇ ਮਾਸੂਮ ਪੁੱਤਰ ਦਾ ਬੇਰਹਿਮੀ ਨਾਲ ਕੀਤਾ ਕਤਲ। ਮਾਮਲਾ ਲੁਧਿਆਣਾ ਦੀ ਬਾਜਰਾ ਕਲੋਨੀ ਦਾ, ਜਿੱਥੇ ਦੋਸ਼ੀ ਜਗਦੀਸ਼ ਨੇ ਕੀਤਾ ਆਪਣੇ ਪੁੱਤਰ ਗੁਰਸ਼ਰਨ ਦਾ ਕਤਲ। ਦਾਦੇ ਦੀ ਸ਼ਿਕਾਇਤ ਤੇ ਪੁਲਿਸ ਨੇ ਕੀਤਾ ਆਰੋਪੀ ਪਿਤਾ ਗ੍ਰਿਫਤਾਰ। ਕੇਜਰੀਵਾਲ ਸਰਕਾਰ ਨੇ ਮੁਨਕਾ ਅਗਨੀਕਾਂਡ ਅਤੇ ਜਾਮੀਆ ਨਗਰ ਰੈਸਟੋਰੈਂਟ ਅਗਨੀਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਸਹਾਇਤਾ ਰਾਸ਼ੀ ਕੀਤੀ ਮਨਜ਼ੂਰ। ਕੇਜਰੀਵਾਲ ਸਰਕਾਰ ਨੇ ਪੀੜਿਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਕੀਤਾ ਐਲਾਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੂਬੇ ਵਿੱਚ ਪਹਿਲੀ ਫੂਡ ਟਰੱਕ ਪਾਲਿਸੀ ਲਿਆਉਣ ਦਾ ਕੀਤਾ ਐਲਾਨ। ਇਸ ਦੇ ਨਾਲ ਹੀ ਸਿਰਫ ਨਾਈਟ ਲਾਈਫ ਨੂੰ ਪਛਾਣ ਮਿਲੇਗਾ, ਸਗੋਂ ਅਰਥ ਵਿਵਸਥਾ ਤੇ ਰੋਜ਼ਗਾਰ ਨੂੰ ਵੀ ਮਿਲੇਗਾ ਬੜਾਵਾ। ਸਰਕਾਰ ਏਜੰਸੀ ਨੇ ਇਸ ਪਾਲਿਸੀ ਤੇ ਕੰਮ ਕਰਨਾ ਕੀਤਾ ਸ਼ੁਰੂ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੌਰਾਨ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਕੀਤਾ ਗਿਆ ਰਿਹਾ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਸਾਧਿਆ ਨਿਸ਼ਾਨਾ। ਕਿਹਾ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੌਰਾਨ 5 ਮਹੀਨਿਆਂ ਦੀ ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਵਾਲੇ ਉਸ ਦੀ 3 ਸਾਲਾਂ ਬੱਚੀ ਨੂੰ ਮਾਰਨ ਵਾਲਿਆਂ ਨੂੰ ਕੀਤਾ ਰਿਹਾ। ਨਾਰੀ ਸ਼ਕਤੀ ਦੀ ਗੱਲ ਕਰਨ ਵਾਲੇ ਦੇਸ਼ ਦੀਆਂ ਔਰਤਾਂ ਨੂੰ ਕੀ ਦੇ ਰਹੇ ਸੁਨੇਹਾ। ਪ੍ਰਧਾਨ ਮੰਤਰੀ ਜੀ, ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਪੂਰਾ ਦੇਸ਼ ਦੇਖ ਰਿਹਾ ਫਰਕ। ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਜੰਮੂ ਕਸ਼ਮੀਰ 'ਚ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫਾ। ਸੋਨੀਆ ਗਾਂਧੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪਾਰਟੀ ਦੀ ਪ੍ਰਚਾਰ ਕਮੇਟੀ ਦਾ ਚੇਅਰਮੈਨ ਕੀਤਾ ਸੀ ਨਿਯੁਕਤ, ਪਰ ਆਜ਼ਾਦ ਨੇ ਇਸ ਪੇਸ਼ਕਸ਼ ਨੂੰ ਠੁਕਰਾਇਆ। ਬਿਹਾਰ ਦੇ ਸਿਆਸੀ ਘਟਨਾ ਚੱਕਰ ਦਾ ਅਸਰ ਪਹੁੰਚਿਆ ਦਿੱਲੀ। ਭਾਜਪਾ ਨੇ ਦਿੱਲੀ 'ਚ ਸੱਦੀ ਮੀਟਿੰਗ। ਕੋਰ ਕਮੇਟੀ ਦੀ ਮੀਟਿੰਗ 'ਚ ਅਮਿਤ ਸ਼ਾਹ ਤੋਂ ਇਲਾਵਾ JP ਨੱਡਾ ਵੀ ਪਹੁੰਚੇ। ਬਿਹਾਰ ਭਾਜਪਾ 'ਚ ਕੀਤੇ ਗਏ ਵੱਡੇ ਬਦਲਾਅ, ਕੀਤੀ ਨਵੀਂ ਰਣਨੀਤੀ ਤਿਆਰ। ਦੇਸ਼ ਵਿੱਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 9062 ਨਵੇਂ ਮਾਮਲੇ ਆਏ ਸਾਹਮਣੇ। ਬੀਤੇ ਦਿਨ ਆਏ ਸਨ 8813 ਮਾਮਲੇ। ਇਸ ਦੇ ਨਾਲ ਹੀ 24 ਘੰਟਿਆਂ 'ਚ 15220 ਮਰੀਜ਼ ਹੋਏ ਠੀਕ। ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਫੋਰਸਾਂ ਤੇ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ। ਸੁਰੱਖਿਆ ਫੋਰਸਾਂ ਨੇ ਕੀਤਾ ਜਵਾਬੀ ਹਮਲਾ। ਅੱਤਵਾਦੀ ਭੱਜਣ ਵਿੱਚ ਹੋਏ ਕਾਮਯਾਬ। ਜੰਮੂ ਵਿੱਚ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀਆਂ ਘਰ 'ਚ ਮਿਲੀਆਂ ਲਾਸ਼ਾਂ। ਭੇਦ ਭਰੇ ਹਾਲਾਤ 'ਚ ਹੋਈ ਮੌਤ। ਪੁਲਿਸ ਵੱਲੋਂ ਜਾਂਚ ਜਾਰੀ। ਗੁਰੂਗ੍ਰਾਮ ਵਿੱਚ ਭਾਰੀ ਸਮਾਨ ਨਾਲ ਲੱਦਿਆ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਇਨੋਵਾ ਕਾਰ ਤੇ ਪਲਟਿਆ। ਕਾਰ 'ਚ ਸਵਾਰ 4 ਲੋਕਾਂ ਦੀ ਮੌਤ, ਜਦਕਿ 2 ਵਿਅਕਤੀ ਹੋਏ ਗੰਭੀਰ ਜ਼ਖਮੀ। ਆਂਧਰਾ ਪ੍ਰਦੇਸ਼ 'ਚ ਗੋਦਾਵਰੀ ਨਦੀ 'ਚ ਭਾਰੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਵਧਿਆ। ਹੜ੍ਹ ਦਾ ਵਧਿਆ ਖਤਰਾ। ਨਦੀ 'ਚ 14.42 ਲੱਖ ਕਿਊਸਿਕ ਹੋਇਆ ਪਾਣੀ। ਇਸ ਦੇ ਨਾਲ ਹੀ ਤੇਲੰਗਾਨਾ 'ਚ ਗੋਦਾਵਰੀ ਵਿੱਚ 1.5 ਮਿਲੀਅਨ ਕਿਊਸਿਕ ਪਾਣੀ ਕੀਤਾ ਗਿਆ ਰਿਕਾਰਡ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ੋਪੀਆ 'ਚ ਕਸ਼ਮੀਰੀ ਪੰਡਿਤ ਦੀ ਹੱਤਿਆ ਕਰਨ ਵਾਲੇ ਅੱਤਵਾਦੀ ਆਦਿਲ ਵਾਨੀ ਦੇ ਘਰ ਨੂੰ ਕੁਰਕ ਕਰਨ ਦੀ ਪ੍ਰਕਿਰਿਆ ਕੀਤੀ ਸ਼ੁਰੂ। ਉਸ ਦੇ ਪਿਤਾ ਸਮੇਤ 3 ਭਰਾਵਾਂ ਨੂੰ ਕੀਤਾ ਗ੍ਰਿਫਤਾਰ। ਅੱਤਵਾਦੀ ਆਦਿਲ ਨੇ ਕਸ਼ਮੀਰੀ ਪੰਡਿਤ ਸੁਨੀਲ ਕੁਮਾਰ ਭੱਟ ਦੀ ਕੀਤੀ ਸੀ ਹੱਤਿਆ। ਭਾਜਪਾ ਸੰਸਦੀ ਬੋਰਡ ਦਾ ਨਵੇਂ ਸਿਰੇ ਤੋਂ ਕੀਤਾ ਗਠਨ। ਸੰਸਦੀ ਬੋਰਡ 'ਚ ਕੀਤੇ ਵੱਡੇ ਬਦਲਾਅ। ਸਾਬਕਾ ਪ੍ਰਧਾਨ ਨਿਤਿਨ ਗਡਕਰੀ ਤੇ ਸ਼ਿਵਰਾਜ ਚੌਹਾਨ ਨੂੰ ਹਟਾਇਆ ਤੇ ਕਰਨਾਟਕਾ ਦੇ ਮੁੱਖ ਮੰਤਰੀ ਯੇਦੂਯੁਰੱਪਾ ਨੂੰ ਕੀਤਾ ਸ਼ਾਮਿਲ। ਬਿਹਾਰ 'ਚ ਨਿਤੀਸ਼ ਕੁਮਾਰ ਦੀ ਨਵੀਂ ਸਰਕਾਰ ਵਿੱਚ ਕਾਨੂੰਨ ਮੰਤਰੀ ਬਣੇ ਕਾਰਤਿਕੇ ਸਿੰਘ ਨੂੰ ਲੈ ਕੇ ਨਵਾਂ ਵਿਵਾਦ ਹੋਇਆ ਖੜਾ। ਕਾਰਤਿਕੇ ਸਿੰਘ ਦੇ ਖਿਲਾਫ ਅਗਵਾ ਮਾਮਲੇ ਵਿੱਚ ਵਾਰੰਟ ਕੀਤਾ ਗਿਆ ਸੀ ਜਾਰੀ। ਉਸਨੇ 16 ਅਗਸਤ ਨੂੰ ਅਦਾਲਤ ਵਿੱਚ ਕਰਨਾ ਸੀ ਆਤਮ ਸਮਰਪਣ, ਪਰ ਉਹ ਅਦਾਲਤ ਵਿੱਚ ਨਹੀਂ ਪਹੁੰਚੇ। ਹਾਲਾਂਕਿ ਉਹਨਾਂ ਵੱਲੋਂ ਉਸੇ ਦਿਨ ਕਾਨੂੰਨ ਮੰਤਰੀ ਵਜੋਂ ਚੁੱਕੀ ਗਈ ਸਹੁੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਕਰਨਗੇ ਪੰਜਾਬ ਦਾ ਦੌਰਾ। ਪ੍ਰਧਾਨ ਮੰਤਰੀ ਮੋਦੀ ਨਿਊ ਚੰਡੀਗੜ੍ਹ ਦੇ ਮੁੱਲਾਪੁਰ ਪਹੁੰਚਣਗੇ, ਜਿੱਥੇ ਉਹ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਕਰਨਗੇ ਉਦਘਾਟਨ। ਤੇਲੰਗਾਨਾ ਦੇ ਮੰਤਰੀ KT ਰਾਮਾ ਰਾਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਗੁਜਰਾਤ ਦੇ ਬਿਲਿਕਿਸ
ਬਾਨੋ ਜਬਰ ਜਨਾਹ ਮਾਮਲੇ ਦੇ 11 ਦੋਸ਼ੀਆਂ ਦੀ ਰਿਹਾਈ ਰੱਦ ਕਰਨ ਦੀ ਕੀਤੀ ਮੰਗ। ਕਿਹਾ ਉਹਨਾਂ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਔਰਤਾਂ ਦੇ ਸਨਮਾਨ ਦੀ ਕੀਤੀ ਸੀ ਗੱਲ। ਇਸ ਮਾਮਲੇ 'ਚ ਦਿਓ ਦਖਲ ਅਤੇ 11 ਦੋਸ਼ੀਆਂ ਦੀ ਰਿਹਾਈ ਦੇ ਹੁਕਮ ਨੂੰ ਕਰਵਾਓ ਰੱਦ। ਅਮਰੀਕਾ 'ਚ ਲਗਭਗ 14 ਮਿਲੀਅਨ ਬੱਚੇ ਕੋਵਿਡ-19 ਦੇ ਨਾਲ ਸੰਕਰਮਿਤ ਹਨ। ਇਹ ਜਾਣਕਾਰੀ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਐਂਡ ਚਿਲਡਰਨ ਹਸਪਤਾਲ ਐਸੋਸੀਏਸ਼ਨ ਦੀ ਤਾਜ਼ਾ ਰਿਪੋਰਟ 'ਚ ਸਾਹਮਣੇ ਆਈ ਹੈ। ਇਹਨਾਂ ਦੇ ਵਿੱਚੋਂ 3,71,000 ਕੇਸ ਪਿਛਲੇ 4 ਹਫ਼ਤਿਆਂ ਦੇ ਵਿੱਚ ਆਏ ਨੇ। ਇਹਨਾਂ ਵਿੱਚ ਕਿਹਾ ਗਿਆ ਹੈ ਕਿ 2022 'ਚ ਲਗਭਗ 6.4 ਮਿਲੀਅਨ ਮਾਮਲੇ ਸ਼ਾਮਲ ਕੀਤੇ ਗਏ ਨੇ। ਮਾਹਵਾਰੀ ਸੰਬੰਧੀ ਉਤਪਾਦ ਮੁਫਤ ਉਪਲਬਧ ਕਰਵਾਉਣ ਦਾ ਸਕਾਟਲੈਂਡ ਦਾ ਕਾਨੂੰਨ ਹੋਇਆ ਲਾਗੂ। ਸਕਾਟਿਸ਼ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਪੀਰੀਅਡ ਪ੍ਰੋਡਕਟ ਐਕਟ ਦੇ ਲਾਗੂ ਹੁੰਦੇ ਮਾਹਵਾਰੀ ਉਤਪਾਦ ਨੂੰ ਮੁਫਤ ਵੰਡਿਆ ਜਾਵੇਗਾ। ਇਸ ਨਵੇਂ ਕਾਨੂੰਨ ਦੇ ਤਹਿਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਅਤੇ ਸਥਾਨਕ ਸਰਕਾਰਾਂ ਦੇ ਲਈ ਇਹ ਲਾਜ਼ਮੀ ਹੋ ਗਿਆ ਹੈ ਕਿ ਉਹ ਆਪਣੇ ਪਖਾਨਿਆਂ ਵਿੱਚ ਟੈਂਪੂਨ ਅਤੇ ਸੈਨੀਟਰੀ ਨੈਪਕਿਨ ਸਮੇਤ ਕਈ ਤਰ੍ਹਾਂ ਦੇ ਮਾਹਵਾਰੀ ਉਤਪਾਦ ਪ੍ਰਦਾਨ ਕਰਨ। श्रीलंका के राष्ट्रपति रानिल विक्रमसिंघे ने सरकार विरोधी प्रदर्शनों दौरान ऐलानी एमरजेंसी की म्याद न वधाउण दा फैसला किया है। राष्ट्रपति विक्रमसिंघे का मानना है कि एमरजेंसी नूं वधाउण दी कोई लोड़ नहीं है। एमरजेंसी की स्थिति सुरक्षा बलों नूं गिरफ्तारियां करन दे लई व्यापक शक्तियां दिंदियां ने। दस दईए एमरजेंसी की स्थिति 1 महीने तो लागू है ते अधिकारत तौर ते वीरवार नूं खत्म होने वाली है। यूक्रेन ते मास्को के लगातार हमलों के मद्देनज़र फिनलैंड ने सितंबर तो रूसी सैलानियों के लिए वीज़ा नियमों को सख्त कर दिता है। विदेश मंत्री पेका हेविस्टो ने दस्सिया असीं स्वीकार कीतियां अर्जियां की गिनती को मौजूदा पद्धर के 10वें हिस्से तक सीमित करांगे। राष्ट्रीय प्रसारक येल के अनुसार यूरोपीयन यूनियन देश के विच एक दिन के लगभग 1000 रूसी वीज़ा अर्जियां की प्रक्रिया करता है। हेविस्टो ने कहा कि इस दे नाल ही असीं लोकां दे लई काम करन, अध्ययन करन जां रिश्तेदारां नूं मिलण दे लई फिनलैंड आउणा आसान बनाउणा चाहुंदे हां। इस दे लई पहली तरजीह उन्हां लोकां नूं दित्ती जावेगी जिन्हां कोल फिनलैंड आउण दा मौका है। ब्रिटेन च भारी मींह के कारण कई थावां ते मींह का पानी वड़ गया है, जिस कारण लोगों को काफ़ी परेशानी झेलनी पै रही है। लोगों के लिए अलर्ट जारी कर दिया गया है। मौसम एजेंसी ने इंग्लैंड और वेल्स के लिए कपीले तूफान की चेतावनी जारी की है। अचानक हड़ां दे नाल आवाजाही च विघन और बिजली कटण की चेतावनी भी दी गई है। दक्षिणी पश्चिमी दक्षिणी मध्य इंग्लैंड और इंग्लैंड के पूर्व के कुछ हिस्से प्रभावित होने के बाद अधिकारियों ने मंगलवार को यॉर्कशायर को अधिकारत सोके की स्थिति तब्दील कर दिता। पाकिस्तान के खैबर पख्तूनवा सूबे च टैंक जिले च अणपछाते बंदूकधारियों ने पोलियो टीकाकरण टीम के नाल जा रहे 2 पुलिस कर्मचारियों की गोली मार के हत्या कर दी। स्थानक पुलिस अधिकारी के हवाले के नाल दस्सिया गया कि यह घटना मंगलवार को टैंक जिले च घर जाके टीकाकरण मुहिम दौरान वापरी। मोटरसाइकिल सवार लुटेरे मौके तो फरार हो गए। हुण तक किसी भी समूह ने हमले की जिम्मेवारी नहीं ली। बांग्लादेश की राजधानी ढाका च बस रैपिड ट्रांजिट प्रोजेक्ट के काम दौरान एक गार्डर सड़क से चलती कार से डिग गया, जिस कारण 2 बच्चों समेत 5 लोगों की मौत हो गई। मामले की मुढ़ली जांच चाइना गेजुआबा ग्रुप कंपनी लिमिटेड की लापरवाही के सबूत मिले ने, जिस कारण चीनी कंपनी को जुर्माना हो सकता है। नाल ही करारनामा भी खत्म किया जा सकता है और कंपनी को ब्लैकलिस्ट किया जा सकता है ताजो अंतिम रिपोर्ट मिलने तो बाद बांग्लादेश में कोई काम न कर सके। यूएस के राष्ट्रपति जो बाइडन ने महंगाई घटाउण एक्ट ते दस्तखत किए, जो कि 2021 दे विच ओह अते बहुत सारे डेमोक्रेट्स के वड्डे पद्धर ते बिल्ड बैक बैटर पैकेज का छोटा वर्जन है। महंगाई के नाल नजिठण दे लई इस बिल च सेहत संभाल माहौल और टैक्स व्यवस्थावां ते विशेष ध्यान दिता गया है। बाइडन ने व्हाइट हाउस नूं कहा कि यह घरां लई लागत नूं घटाएगा, जलवायु संकट का मुकाबला करेगा, घाटे नूं घटाएगा ते अंत दे विच सब तो वड्डियां कारपोरेशनां नूं उन्हां दे टैक्सां दे विच मदद करेगा, जो कि ढुकवें हिस्से का भुगतान करेगा। पाकिस्तानी डॉक्टर और मेयो क्लिनिक के साबका कर्मचारी ने अतवाद नाल जुड़े दोषां नूं मन्निया। उस दे नाल 2 साल पहला फेडरल ब्यूरो ऑफ इन्वेस्टिगेशन के मुखबरां नूं दस्सिया सी कि वह इस्लामिक स्टेट समूह दे नाल वफादारी रखदा है ते अमरीका दे विच इकल्ले हमला करना चाहुंदा सी। इस तो बाद उसनूं गिरफ्तार कर लिया गया। संयुक्त राष्ट्र ने कहा है कि अगस्त की शुरुआत तो काले सागर के पार यूक्रेन तो 1/2 मिलियन टन तो वध अनाज बरामद किया गया। यूक्रेन, रूस, तुर्की और संयुक्त राष्ट्र जुलाई के आखिर के काले सागर मार्ग को खोलने के लिए सहमत हुए, जिस 36 रूटां को मंजूरी दी गई। 21,000 यूक्रेन तो बॉस्पोरस के लिए रवाना हुए ते 15 जल डमरू राही जंग प्रभावित देश वाल रवाना हुए। कल रिलीज होने जा रहा है पंजाबी फिल्म तेरी मेरी गल बन गई दा गुलाब गीत। अखिल ने यह पोस्ट की शेयर लिखा है, मेरी पहली फिल्म तेरी मेरी गल बन गई दा पहला गीत गुलाब कल रिलीज हो रहा है। तुहानू यह सब पसंद आएगी। तेरी मेरी गल बन गई 9 सितंबर 2022 को होगी रिलीज। आलिया करीना, प्रियंका और कैटरीना कैफ के नाल काम करना चाहते हैं नागा चैतन्या ने हाल ही दे विच आमिर खान की फिल्म लाल सिंह चड्ढा के नाल बॉलीवुड विच डेब्यू किया। उन्होंने कहा कि मैं कई अभिनेत्रियों के नाल काम करना चाहता हाँ। पहला आलिया भट्ट के नाल मैनू उसका प्रदर्शन बहुत पसंद है। एक तक पूर्व बनाएगी द डर्टी पिक्चर सीक्वल बनाने दी तैयारियां शुरू। विद्या बालन स्टारर फिल्म द डर्टी पिक्चर साल 2011 च हुई सी रिलीज। विद्या बालन ने द डर्टी पिक्चर च दखन भारतीय अदाकारा सिल्क समीता का निभाया सी किरदार। अर्जुन कपूर का बयान, फिल्मां दा बायकाट होने ते असीं सारिआं ने चुप रह के कीती गलती। जदों हर कोई इस ते चुप तार के अपनी अपनी शान बना रहा सी तां लोकां ने इसका फायदा उठाना शुरू कर दिता। शिफाली शाह कोरोना दे नाल संक्रमित सोशल मीडिया ते प्रशंसकां नूं दित्ती जानकारी। उन्होंने बुधवार नूं इसकी जानकारी दी कि उसका कोविड टेस्ट पॉजिटिव आया, जिस तो बाद उसने अपने आप को क्वारंटाइन कर लिया। उदयपुर एयर कार्गो परिसर स्थापित करेगा लघु उद्योग निगम। अधिकारियों ने दस्सिया कि RSIC का काम करने वाली राजस्थान सरकार ने इस संबंध में शहरी हवाबाजी मंत्रालय को एक प्रस्ताव भेजा सी, जिस नूं सिद्धांतिक मंजूरी दे दी गई।
ਸਾਰੇ ਇਲੈਕਟ੍ਰੋਨਿਕ ਡਿਵਾਈਸ ਦੇ ਲਈ ਸਾਂਝੇ ਚਾਰਜਰ ਤੇ ਸਰਕਾਰ ਬੁੱਧਵਾਰ ਨੂੰ ਉਦਯੋਗ ਦੇ ਨਾਲ ਕਰੇਗੀ ਚਰਚਾ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ 'ਚ ਲੈਪਟਾਪ ਅਤੇ ਮੋਬਾਈਲ ਸਮੇਤ ਪੋਰਟੇਬਲ ਇਲੈਕਟ੍ਰੋਨਿਕ ਉਪਕਰਨਾਂ ਦੇ ਨਿਰਮਾਤਾ ਸ਼ਾਮਿਲ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 60,000 ਦੇ ਪਾਰ, ਨਿਫਟੀ 17,873 ਤੇ ਪਹੁੰਚਿਆ। BSE ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸ਼ੁਰੂਆਤੀ ਕਾਰੋਬਾਰ 'ਚ 141.62 ਅੰਕ ਚੜ੍ਹ ਕੇ 59,983.83 ਤੇ ਪਹੁੰਚਿਆ। ਹਾਲਾਂਕਿ ਜਲਦੀ ਹੀ ਇਹ 165.9 ਅੰਕ ਵੱਧ ਕੇ 60,008.11 ਤੇ ਪਹੁੰਚ ਗਿਆ। ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 44 ਪੈਸੇ ਵਧਿਆ। ਫੋਰੈਕਸ ਵਪਾਰੀਆਂ ਨੇ ਕਿਹਾ ਕਿ ਮਹਿੰਗਾਈ ਦੇ ਦਬਾਅ ਨੂੰ ਘੱਟ ਕਰਨ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਵਿੱਚ ਸਕਾਰਾਤਮਕ ਸ਼ੁਰੂਆਤ ਨੇ ਵੀ ਨਿਵੇਸ਼ਕ ਭਾਵਨਾ ਨੂੰ ਹੁਲਾਰਾ ਦਿੱਤਾ। WhatsApp ਤੇ ਆਏ ਸ਼ਾਨਦਾਰ ਫੀਚਰਸ। ਹੁਣ ਤੁਸੀਂ ਫੋਨ ਬੰਦ ਹੋਣ ਤੇ ਵੀ ਭੇਜ ਸਕਦੇ ਹੋ ਸੰਦੇਸ਼। ਹੁਣ ਤੱਕ WhatsApp ਦੀ ਵਰਤੋਂ ਸਿਰਫ WhatsApp ਵੈਬ ਦੀ ਮਦਦ ਦੇ ਨਾਲ ਹੀ ਲੈਪਟਾਪ 'ਚ ਕੀਤੀ ਜਾ ਸਕਦੀ ਸੀ। ਇਸ ਐਪ ਦੀ ਮਦਦ ਦੇ ਨਾਲ ਹੁਣ ਤੁਸੀਂ ਲੈਪਟਾਪ ਦੇ ਐਪ ਦੇ ਮਦਦ ਦੇ ਨਾਲ WhatsApp ਦੀ ਕਰ ਸਕੋਗੇ ਵਰਤੋਂ। ICC ਨੇ ਪਹਿਲੀ ਮਹਿਲਾ FTP ਦਾ ਕੀਤਾ ਐਲਾਨ। ਅਗਲੇ 3 ਸਾਲਾਂ 'ਚ 10 ਟੀਮਾਂ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ ਕੈਲੰਡਰ ਦੀ ਕੀਤੀ ਗਈ ਪੁਸ਼ਟੀ। FTP ਦੇ ਵਿੱਚ ICC ਮਹਿਲਾ ਚੈਂਪੀਅਨਸ਼ਿਪ ਨੂੰ 10 ਟੀਮ ਇਵੈਂਟ ਦੇ ਵਿੱਚ ਵਧਾਉਣ ਦੇ ਨਾਲ ਟੀਮਾਂ ਦੇ ਵਿੱਚ ਵਧੇਰੇ ਮੈਚ ਯਕੀਨੀ ਬਣਾਏ ਗਏ। AIFF ਦੀ ਮੁਅੱਤਲੀ ਨੂੰ ਲੈ ਕੇ ਕੇਂਦਰ ਸਰਕਾਰ ਅਤੇ FIFA ਵਿਚਾਲੇ ਗੱਲਬਾਤ ਜਾਰੀ। SC 'ਚ ਸੁਣਵਾਈ ਸੋਮਵਾਰ ਤੱਕ ਮੁਲਤਵੀ। ਅੰਡਰ-17 ਵਿਸ਼ਵ ਕੱਪ ਦੇ ਆਯੋਜਨ ਅਤੇ ਭਾਰਤੀ ਫੁੱਟਬਾਲ ਮਹਾਸੰਘ ਦੀ ਮੁਅੱਤਲੀ ਨੂੰ ਲੈ ਕੇ ਚੱਲ ਰਹੀ ਹੈ ਗੱਲਬਾਤ। ਹੁਣ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਹੋਵੇਗੀ ਅਗਲੀ ਸੁਣਵਾਈ। FIFA ਦੀਆਂ ਸ਼ਰਤਾਂ ਤੇ ਚੋਣਾਂ ਕਰਵਾਉਣ ਦੇ ਲਈ ਤਿਆਰ COA ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ। ਮੰਗਲਵਾਰ ਨੂੰ ਕੇਂਦਰ ਨੇ ਸੁਪਰੀਮ ਕੋਰਟ ਤੇ ਇਸ ਮਾਮਲੇ ਤੇ ਜਲਦੀ ਸੁਣਵਾਈ ਕਰਨ ਦੀ ਕੀਤੀ ਮੰਗ, ਜਿਸ ਤੇ ਅਦਾਲਤ ਨੇ ਬੁੱਧਵਾਰ ਦਾ ਦਿੱਤਾ ਸਮਾਂ। ਪਾਬੰਦੀ ਨਾ ਹਟੀ ਤਾਂ ਵਿਸ਼ਵ ਕੱਪ ਹੀ ਨਹੀਂ, ਭਾਰਤੀ ਫੁੱਟਬਾਲ ਟੀਮ ਦੇ 2 ਅੰਤਰਰਾਸ਼ਟਰੀ ਮੈਚ ਵੀ ਹੋ ਜਾਣਗੇ ਰੱਦ। FIFA ਨੇ ਇਹ ਫੈਸਲਾ ਨਿਯਮਾਂ ਤੇ ਸੰਵਿਧਾਨ ਦੀ ਗੰਭੀਰ ਉਲੰਘਣਾ ਦੇ ਕਾਰਨ ਲਿਆ। ਪਹਿਲੇ ਮਹਿਲਾ ਅੰਤਰਰਾਸ਼ਟਰੀ FTP ਦੇ ਵਿੱਚ 301 ਖੇਡੇ ਜਾਣਗੇ ਮੁਕਾਬਲੇ। ਮਹਿਲਾ ਕ੍ਰਿਕਟ ਇਤਿਹਾਸ ਦੇ ਵਿੱਚ ਪਹਿਲਾ FTP ਹੈ ਜਿਸ ਦੀ ਸ਼ੁਰੂਆਤ ਇਸ ਸਾਲ ਦੇ ਵਿੱਚ ਮਈ ਦੇ ਵਿੱਚ ਹੋਵੇਗੀ, ਜਦਕਿ ਇਸ ਦੀ ਸਮਾਪਤੀ 2025 ਦੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਨਾਲ ਹੋਵੇਗੀ।